ਪਿਆਰੇ ਬੱਚਿਓ, ਅੱਜ ਅਸੀਂ ਪੰਜਾਬੀ ਪਾਠ ਪੁਸਤਕ 5 ਪੰਜਵੀਂ ਜਮਾਤ ਦੂਜੀ ਭਾਸ਼ਾ ਵਿੱਚ ਦਰਜ ਪਾਠ ਨੰਬਰ 5 ਕਹਾਣੀ ਦਾ ਨਾਮ ਹੈ ਦੋ ਕੀੜੀਆਂ, ਜੋ ਕਿ ਡਾਕਟਰ ਵਰਿੰਦਰਜੀਤ ਵਾਸੀ ਦੁਆਰਾ ਲਿਖੀ ਗਈ ਸੀ, ਉਹ ਪੜ੍ਹਾਂਗੇ। ਕਹਾਣੀ ਦੇ ਸ਼ੁਰੂ ਵਿੱਚ ਹੀ ਜੋ ਨਾਨੀ ਜੀ ਹੈ ਆਪਣੀ ਦੋਤੀ ਅਨੀਸ਼ਾ ਨੂੰ ਆਵਾਜ਼ ਦੇ ਰਹੇ ਨੇ ਔਰ ਕੀ ਕਹਿ ਰਹੇ ਨੇ, ਕੁੜੇ ਅਨੀਸ਼ਾ ਕਿਉਂ ਖੇਡਾਂ ਪਾਣੀ ਵਿੱਚ ਖੇਡਾਂ ਅਜਿਹੀਆਂ ਕਰੀ ਜਾਨੀ ਹੈ, ਬਿਮਾਰ ਹੋ ਜਾਏਂਗੀ। गर्मी नहीं आई अजे, ਜਾਂਦੀ ਠੰਡ ਹੈ, ਆ ਜਾ ਇੱਧਰ ਠੰਡੇ ਪਾਣੀ 'ਚੋਂ। ਅਨੀਸ਼ਾ ਜੋ ਹੈ ਪਾਣੀ ਨਾਲ ਖੇਡ ਰਹੀ ਸੀ ਜਾਂ ਕੋਈ ਹੋਰ ਕੰਮ ਕਰ ਰਹੀ ਸੀ, ਤਾਂ ਜੋ ਨਾਨੀ ਜੀ ਹੈ ਅਨੀਸ਼ਾ ਨੂੰ ਆਵਾਜ਼ ਲਗਾ ਰਹੇ ਨੇ ਕਿ ਇੱਧਰ ਆ ਜਾ, ਕੋਈ ਖੇਡ ਨਾ ਖੇਡ ਪਾਣੀ ਨਾਲ, ਕਿਉਂਕਿ ਹਾਲੇ ਗਰਮੀ ਨਹੀਂ ਆਈ, ਠੰਡ ਹੀ ਹੈ ਔਰ ਬਿਮਾਰ ਹੋ ਜਾਏਗੀ। ਠੀਕ ਹੈ ਜੀ। ਅਨੀਸ਼ਾ ਕੀ ਅੱਗੇ ਜਵਾਬ ਦਿੰਦੀ ਹੈ? ਅਨੀਸ਼ਾ ਕਹਿ ਰਹੀ ਹੈ, ਨਾਨੀ ਜੀ ਮੈਂ ਖੇਡਾਂ ਨਹੀਂ ਕਰ ਰਹੀ, ਮੈਂ ਤਾਂ ਵਿਗਿਆਨ ਦਾ ਇੱਕ ਪ੍ਰਯੋਗ ਕਰਕੇ ਦੇਖ ਰਹੀ ਹਾਂ। ਵਿਗਿਆਨ ਦਾ, ਸਾਇੰਸ ਦਾ, ਹੈ ਨਾ, ਪ੍ਰਯੋਗ, ਐਕਸਪੈਰੀਮੈਂਟ ਕਹਿ ਸਕਦੇ ਅਸੀਂ। ਤਾਂ ਕਹਿੰਦੀ ਜੋ ਅਨੀਸ਼ਾ ਜੋ ਹੈ ਆਪਣੀ ਨਾਨੀ ਜੀ ਨੂੰ ਦੱਸ ਰਹੇ ਨੇ ਕਿ ਨਾਨੀ ਜੀ ਮੈਂ ਖੇਡ ਨਹੀਂ ਰਹੀ, ਮੈਂ ਤਾਂ ਜੋ ਸਾਇੰਸ ਦਾ ਇੱਕ ਐਕਸਪੈਰੀਮੈਂਟ, ਵਿਗਿਆਨ ਦਾ ਇੱਕ ਪ੍ਰਯੋਗ ਕਰ ਰਹੀ ਹਾਂ। ਠੀਕ ਹੈ। ਅਜੇ ਅਨੀਸ਼ਾ ਨੇ ਜੋ ਆਪਣੀ ਗੱਲ ਖ਼ਤਮ ਹੀ ਨਹੀਂ ਸੀ ਕੀਤੀ ਤਾਂ ਨਾਨੀ ਜੀ ਉਸ ਦੇ ਕੋਲ ਆ ਗਏ ਔਰ ਕੀ ਕਹਿੰਦੇ ਨੇ, ਕੀ ਕਰਦੀ ਹੈ? ਅਤੇ ਅਨੀਸ਼ਾ ਜੋ ਹੈ ਫਿਰ ਦੱਸਦੀ ਹੈ, ਅੱਜ ਸਾਡੇ ਮੈਡਮ ਜੀ ਨੇ ਦੱਸਿਆ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਖਾਲੀ ਜਾਪਦੀਆਂ ਨੇ ਉਹਨਾਂ ਵਿੱਚ ਹਵਾ ਭਰੀ ਹੁੰਦੀ ਹੈ। ਅਤੇ ਫਿਰ ਉਸਨੇ ਇੱਕ ਖਾਲੀ ਬੋਤਲ ਲੈ ਕੇ ਉਸ ਵਿੱਚ ਪਾਣੀ ਭਰਨ ਲਈ ਪਾਣੀ ਦੀ ਬਾਲਟੀ ਵਿੱਚ ਡਬੋਇਆ। ਕੀ ਹੈ ਕਿ ਜੋ ਅਨੀਸ਼ਾ ਆਪਣੀ ਨਾਨੀ ਨੂੰ ਕਹਿ ਰਹੇ ਨੇ ਕਿ ਨਾਨੀ ਜੀ ਮੇਰੇ ਅੱਜ ਮੈਡਮ ਨੇ ਦੱਸਿਆ ਸੀ ਕਿ ਜੋ ਖਾਲੀ ਜੋ ਵੀ ਚੀਜ਼ ਹੁੰਦੀ ਹੈ ਉਹ ਖਾਲੀ ਐਕਚੁਅਲ 'ਚ ਨਹੀਂ ਹੁੰਦੀ, ਉਹਦੇ ਵਿੱਚ ਹਵਾ ਭਰੀ ਹੁੰਦੀ ਹੈ। ਤਾਂ ਜੋ ਨਾਨੀ ਜੀ ਨੂੰ ਉਹੀ ਦੱਸਣ ਲਈ ਉਸਨੇ ਕੀ ਕੀਤਾ, ਇੱਕ ਪਾਣੀ ਦੀ ਬੋਤਲ ਲਈ, ਠੀਕ ਹੈ, ਖਾਲੀ, ਔਰ ਉਸਨੂੰ ਕੀ ਕੀਤਾ, ਪਾਣੀ ਦੀ ਭਰੀ ਹੋਈ ਬਾਲਟੀ ਵਿੱਚ ਡਬੋ ਦਿੱਤਾ। ਗੜੂੰ ਗੜੂੰ ਦੀ ਆਵਾਜ਼ ਨਾਲ ਹਵਾ ਬੋਤਲ ਵਿੱਚੋਂ ਬਾਹਰ ਨਿਕਲਣ ਲੱਗੀ ਅਤੇ ਅਨੀਸ਼ਾ ਫਿਰ ਕਹਿਣ ਲੱਗੀ, ਤੁਸੀਂ ਵੀ ਦੇਖੋਗੇ ਜਦ ਵੀ ਤੁਸੀਂ ਖਾਲੀ ਜੋ ਬੋਟਲ ਹੈ, ਪਾਣੀ ਦੀ ਜੋ ਬੋਤਲ ਹੈ ਖਾਲੀ, ਜੋ ਤੁਸੀਂ ਉਸ ਵਿੱਚ ਪਾਓਗੇ ਭਰੀ ਹੋਈ ਪਾਣੀ ਦੀ ਬਾਲਟੀ ਵਿੱਚ, ਤਾਂ ਉਹ ਗੜੂੰ ਗੜੂੰ ਦੀ ਆਵਾਜ਼ ਨਾਲ ਜੋ ਹੈ ਬੁਲਬੁਲੇ ਉੱਠਦੇ ਨੇ ਔਰ ਪਾਣੀ ਉਹਦੇ ਅੰਦਰ ਜਾਂਦਾ। ਉਹ ਬੁਲਬੁਲੇ ਕਾਹਦੇ ਹੁੰਦੇ ਨੇ? ਹਵਾ ਦੇ ਹੁੰਦੇ ਨੇ। ਹਵਾ ਬਾਹਰ ਨਿਕਲ ਰਹੀ ਹੁੰਦੀ ਹੈ ਔਰ ਪਾਣੀ ਜੋ ਹੈ ਅੰਦਰ ਜਾ ਰਿਹਾ ਹੁੰਦਾ ਹੈ। ਤਾਂ ਉਹੀ ਫਿਰ ਅਨੀਸ਼ਾ ਕੀ ਕਹਿੰਦੀ ਹੈ, ਦੇਖੋ ਨਾਨੀ ਜੀ, ਇਹ ਬੋਤਲ ਸਾਨੂੰ ਦੇਖਣ 'ਚ ਖਾਲੀ ਲੱਗਦੀ ਹੈ, ਪਰ ਆਹ ਦੇਖੋ ਬੁਲਬੁਲੇ ਨਿਕਲ ਰਹੇ ਨੇ ਹਵਾ ਦੇ। ਠੀਕ ਹੈ ਜੀ। ਅੱਗੇ ਕੀ ਕਹਿ ਰਹੀ ਹੈ, ਬਹੁਤ ਅੱਛਾ। ਨਾਨੀ ਨੇ ਗੌਰ ਨਾਲ ਆਪਣੀ ਪੰਜਵੀਂ ਵਿੱਚ ਪੜ੍ਹਦੀ ਦੋਹਤੀ ਵੱਲ ਦੇਖਿਆ। ਦੇਖੋ ਇਹਦੇ ਵਿੱਚ ਕਿਹੜੀ ਕਲਾਸ ਵਿੱਚ, ਕਿਹੜੀ ਜਮਾਤ ਵਿੱਚ ਅਨੀਸ਼ਾ ਪੜ੍ਹਦੀ ਸੀ? ਪੰਜਵੀਂ ਜਮਾਤ ਵਿੱਚ। ਠੀਕ ਹੈ। ਤਾਂ ਬਹੁਤ ਅੱਛਾ ਕਿਹਾ, ਵੈਰੀ ਗੁੱਡ ਕਿਹਾ ਨਾਨੀ ਜੀ ਨੇ। ਫਿਰ ਇੱਕ ਹੋਰ ਆਵਾਜ਼ ਆਉਂਦੀ ਹੈ। ਕੀ ਆਵਾਜ਼ ਆ ਰਹੀ ਹੈ? ਨਾਨੀ ਜੀ ਕਿੱਥੇ ਗਏ? ਠੀਕ ਹੈ। ਇਹ ਕੌਣ ਸੀ? 8ਵੀਂ ਵਿੱਚ ਪੜ੍ਹਦਾ ਅਨੀਸ਼ਾ ਦਾ ਭਰਾ ਨਵੀਨ ਨਾਨੀ ਨੂੰ ਲੱਭ ਰਿਹਾ ਸੀ। ਠੀਕ ਹੈ। ਨਾਨੀ ਨੂੰ ਕੌਣ ਲੱਭ ਰਿਹਾ ਸੀ? ਅਨੀਸ਼ ਦਾ ਭਰਾ ਜੋ ਹੈ, ਉਹ ਜੋ 8ਵੀਂ ਵਿੱਚ ਪੜ੍ਹਦਾ ਹੈ, ਉਹ ਲੱਭ ਰਿਹਾ ਸੀ। ਕੀ ਕਹਿੰਦਾ ਪਿਆ ਸੀ? ਨਾਨੀ ਜੀ ਕਿੱਥੇ ਗਏ? ਆ ਜਾ ਪੁੱਤ ਇੱਧਰ ਆ ਮੈਂ। ਇਹ ਕਿਸ ਨੇ ਕਿਹਾ? ਨਾਨੀ ਜੀ ਨੇ ਕਿਹਾ। ਨਾਨੀ ਜੀ ਕੀ ਕਹਿ ਰਹੇ ਨੇ ਕਿ ਪੁੱਤ ਇੱਧਰ ਆ ਜਾ, ਮੈਂ ਇੱਧਰ ਹਾਂ। ਨਵੀਨ ਦੇ ਹੱਥ ਵਿੱਚ ਕਾਪੀ ਅਤੇ ਪੈਨ ਸੀ। ਨਾਨੀ ਸਮਝ ਗਈ ਸੀ ਕਿ ਨਵੀਨ ਨੇ ਕੁਝ ਪੁੱਛਣਾ ਹੈ। ਠੀਕ ਹੈ। ਕੀ ਕਹਿੰਦੇ ਕਿ ਨਵੀਨ ਦੇ ਹੱਥ ਵਿੱਚ ਕੀ ਸੀ? ਕਾਪੀ ਪੈਨ ਸੀ। ਉਹ ਨਾਨੀ ਜੀ ਸਮਝ ਗਏ ਸੀਗੇ ਕਿ ਨਵੀਨ ਕੁਛ ਪੁੱਛੇਗਾ ਮੈਨੂੰ। ਨਵੀਨ ਹੋਰਾਂ ਦੀ ਨਾਨੀ ਸੇਵਾ ਮੁਕਤ ਸਕੂਲ ਅਧਿਆਪਿਕਾ ਹੈ। ਸੇਵਾ ਮੁਕਤ, ਰਿਟਾਇਰਡ। ਠੀਕ ਹੈ ਜੀ। ਕੀ ਹੈ ਕਿ ਉਹਨਾਂ ਦੇ ਜੋ ਨਾਨੀ ਜੀ ਸੀਗੇ ਸਕੂਲ ਅਧਿਆਪਿਕਾ ਸਨ। ਠੀਕ ਹੈ। ਲੇਕਿਨ ਉਹ ਹੁਣ ਰਿਟਾਇਰ ਹੋ ਚੁੱਕੇ ਹਨ। ਆਪਣੀ ਇਕਲੌਤੀ ਬੇਟੀ ਦੇ ਬੱਚਿਆਂ ਨਾਲ ਉਹ ਬਹੁਤ ਉਹ ਧਿਆਨ ਰੱਖਦੀ ਹੈ। ਜੋ ਨਾਨੀ ਜੀ ਆਪਣੀ ਇਕਲੌਤੀ, ਨਾਨੀ ਜੀ ਦੇ ਤੁਹਾਨੂੰ ਪਤਾ ਹੈ ਕਿ ਨਾਨੀ ਕੌਣ ਹੁੰਦੇ? ਸਾਡੇ ਜੋ ਮੰਮੀ, ਸਾਡੇ ਮਦਰ ਜੋ ਹੈ, ਉਹਨਾਂ ਦੇ ਜੋ ਮਦਰ ਨੇ ਉਹ ਸਾਡੇ ਨਾਨੀ ਲੱਗਦੇ ਨੇ। ਠੀਕ ਹੈ। ਅਤੇ ਉਹਨਾਂ ਦੇ ਨਾਨੀ ਦੇ ਆਪਾਂ ਕੀ ਲੱਗਦੇ हैं? ਫਿਰ ਦੋਹਤਾ, ਦੋਹਤੀ। ਠੀਕ ਹੈ। ਬੇਟੀ ਹੈ ਤਾਂ ਦੋਹਤੀ ਔਰ ਬੇਟਾ ਹੈ ਤਾਂ ਦੋਹਤਾ। ਤਾਂ ਕੀ ਕਹਿੰਦੇ ਕਿ ਇਕਲੌਤੀ ਬੇਟੀ ਸੀ, ਜੋ ਨਾਨੀ ਜੀ ਦੀ ਇਕਲੌਤੀ ਬੇਟੀ ਹੈ, ਮਤਲਬ ਕਿ ਸਾਡੀ ਜੋ ਮੰਮੀ ਹੈ। ਠੀਕ ਹੈ। ਤਾਂ ਕਹਿੰਦੇ ਕਿ ਜੋ ਅਨੀਸ਼ਾ ਦੀ ਜੋ ਮੰਮੀ ਸੀ ਉਹ ਇਕਲੌਤੀ ਹੈ, ਇਕੱਲੀ ਸੀਗੇ, ਉਹ ਨਾਨੀ ਜੀ ਦੀ ਬੇਟੀ। ਔਰ ਉਹਨਾਂ ਦੇ ਬੱਚੇ ਨੇ ਜੋ ਅਨੀਸ਼ਾ ਔਰ ਨਵੀਨ, ਉਹਨਾਂ ਦਾ ਜੋ ਹੈ ਨਾਨੀ ਜੀ ਬਹੁਤ ਧਿਆਨ ਰੱਖਦੇ ਹੈ। ਹਾਂ ਬੇਟੇ,
ਦੱਸ ਕੀ ਪੁੱਛਣਾ ਹੈ? ਨਾਨੀ ਨੇ ਪੁੱਛਿਆ। ਕੀ ਕਹਿ ਰਹੇ ਨੇ? ਕਿਹਨੂੰ ਕਹਿ ਰਹੇ ਨੇ? ਇਹ ਕਹਿ ਰਹੇ ਨੇ ਨਵੀਨ ਨੂੰ। ਕੌਣ ਕਹਿ ਰਹੇ ਨੇ? ਨਾਨੀ ਜੀ। ਨਾਨੀ ਜੀ ਪੁੱਛ ਰਹੇ ਨੇ, ਹਾਂ ਬੇਟੇ ਦੱਸ ਕੀ ਪੁੱਛਣਾ ਹੈ? ਨਵੀਨ ਅੱਗੇ ਕੀ ਕਹਿੰਦਾ ਹੈ? ਨਾਨੀ ਜੀ ਸਾਡੇ ਸਕੂਲ ਵਿੱਚ ਭਾਸ਼ਣ ਮੁਕਾਬਲਾ ਹੋਣਾ ਹੈ। ਠੀਕ ਹੈ, ਕੀ ਹੋਣਾ ਹੈ? ਭਾਸ਼ਣ ਮੁਕਾਬਲਾ, ਸਪੀਚ ਕੰਪੀਟੀਸ਼ਨ ਹੋਣਾ ਹੈ। ਤੇ ਇਸ ਲਈ ਕੀ ਹੈ? ਅੱਛਾ ਬੋਲਣ ਦਾ ਵਿਸ਼ਾ ਕਿਹੜਾ ਹੈ? ਨਾਨੀ ਜੀ ਕੀ ਕਹਿ ਰਹੇ ਹੈ? ਉਹਨਾਂ ਨੂੰ ਪੁੱਛ ਰਹੇ ਕਿ ਅੱਛਾ ਬੋਲਣ ਦਾ ਜੋ ਵਿਸ਼ਾ ਹੈ, ਟੌਪਿਕ ਹੈ, ਉਹ ਕੀ ਹੈ? ਕਿਸ ਟੌਪਿਕ 'ਤੇ ਬੋਲਣਾ ਹੈ? ਤਾਂ ਨਵੀਨ ਕੀ ਦੱਸ ਰਿਹਾ ਹੈ? ਔਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ। ਇਹ ਕੀ ਹੈ? ਵਿਸ਼ਾ ਹੈ, ਟੌਪਿਕ ਹੈ। ਤੋ ਨਵੀਨ ਕਹਿ ਰਿਹਾ ਕਿ ਜੋ ਔਗੁਣਾਂ ਨੂੰ ਜੋ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ, ਇਹ ਜੋ ਟੌਪਿਕ ਹੈ, ਇਸ ਟੌਪਿਕ ਦੇ ਉੱਪਰ ਮੈਂ ਕੱਲ੍ਹ ਸਪੀਚ ਦੇਣੀ ਹੈ, ਭਾਸ਼ਣ ਦੇਣਾ ਹੈ, ਭਾਸ਼ਣ ਮੁਕਾਬਲੇ ਵਿੱਚ ਪਾਰਟਿਸਿਪੇਟ ਕਰਨਾ ਹੈ। ਵਿਸ਼ਾ ਸੁਣ ਕੇ ਨਾਨੀ ਜੀ ਥੋੜ੍ਹੀ ਦੇਰ ਲਈ ਗੰਭੀਰ ਹੋ ਗਏ ਤੇ ਫਿਰ ਬੋਲੇ, ਇਸ ਸੰਬੰਧ ਵਿੱਚ ਮੈਂ ਤੈਨੂੰ ਦੋ ਕੀੜੀਆਂ ਦੀ ਇੱਕ ਕਹਾਣੀ ਸੁਣਾਉਂਦੀ ਹਾਂ। ਪਹਿਲਾਂ ਵਿਸ਼ਾ ਸੁਣਿਆ ਉਹਨਾਂ ਨੇ, ਨਾਨੀ ਜੀ ਨੇ, ਠੀਕ ਹੈ, ਟੌਪਿਕ ਦਾ ਨਾਮ ਸੁਣਿਆ, ਔਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ, ਇਹ ਜੋ ਵਿਸ਼ਾ ਸੀ, ਟੌਪਿਕ ਸੀ। ਇਹਨਾਂ ਨੂੰ ਜਦ ਨਾਨੀ ਜੀ ਨੇ ਸੁਣਿਆ, ਥੋੜ੍ਹੇ ਜਿਹੇ ਗੰਭੀਰ ਹੋਏ, ਥੋੜ੍ਹਾ ਜਿਹਾ ਸੋਚਿਆ, ਫਿਰ ਸੋਚ ਕੇ ਬੋਲਣ ਲੱਗੇ, ਓਕੇ ਠੀਕ ਹੈ, ਚਲੋ ਤੁਹਾਨੂੰ ਮੈਂ ਦੋ ਕੀੜੀਆਂ ਦੀ ਜੋ ਕਹਾਣੀ ਹੈ ਉਹ ਸੁਣਾਉਂਦੀ ਹਾਂ। ਉਹਨਾਂ ਨੇ ਕਹਾਣੀ ਸਟਾਰਟ ਕਰ ਦਿੱਤੀ। ਨਾਨੀ ਜੀ ਨੇ ਕੀ ਕਹਾਣੀ ਸਟਾਰਟ ਕੀਤੀ? ਕਹਿੰਦੇ ਇੱਕ ਕੀੜੀ ਸੀ ਮਿੱਠੇ ਤੇ ਸੁਗੜ ਗੁਣਾਂ ਵਾਲੀ। ਕੀ ਕਹਿੰਦੇ ਪਏ? ਕਿ ਇੱਕ ਕੀੜੀ ਸੀ ਜਿਸ ਦਾ ਨਾਮ ਕੀ ਸੀ? ਮਿੱਠੋ। ਔਰ ਸੁਗੜ, ਮਿੱਠੇ ਤੇ ਸੁਗੜ ਗੁਣਾਂ ਵਾਲੀ, ਮਤਲਬ ਬਹੁਤ ਹੀ ਉਹਦਾ ਜੋ ਸੁਭਾਅ ਸੀ ਉਹ ਬਹੁਤ ਚੰਗਾ ਸੀ, ਉਹਦੇ ਜੋ ਗੁਣ ਸੀ, ਉਹਦੀਆਂ ਜੋ ਆਦਤਾਂ ਸੀ ਬਹੁਤ ਚੰਗੀਆਂ ਸਨ। ਉਹ ਮਿਸ਼ਰੀ ਦੇ ਪਹਾੜ ਉੱਤੇ ਰਹਿੰਦੀ ਸੀ। ਕਿੱਥੇ ਰਹਿੰਦੀ ਸੀ? ਮਿਸ਼ਰੀ ਦੇ ਪਹਾੜ ਉੱਪਰ। ਕੀੜੀ ਦਾ ਨਾਮ ਸੀ ਮਿੱਠੋ। ਦੂਜੀ ਕੀੜੀ ਸੀ ਸਲੂਣੋ, ਲੂਣ ਦੇ ਪਹਾੜ ਉੱਪਰ ਰਹਿੰਦੀ ਸੀ। ਠੀਕ ਹੈ, ਜੋ ਮਿੱਠੋ ਸੀ ਉਹ ਮਿਸ਼ਰੀ ਦੇ ਪਹਾੜ ਉੱਪਰ ਰਹਿੰਦੀ ਸੀ। ਕੀੜੀ ਦਾ ਨਾਮ ਸੀ ਮਿੱਠੋ ਔਰ ਮਿਸ਼ਰੀ ਦੇ ਪਹਾੜ 'ਤੇ ਰਹਿੰਦੀ ਸੀ। ਉਸ ਇੱਕ ਦੂਸਰੀ ਜੋ ਕੀੜੀ ਸੀ ਸਲੂਣੋ, ਉਸ ਦਾ ਨਾਮ ਸੀ, ਔਰ ਉਹ ਕਿਹੜੇ ਪਹਾੜ ਤੋਂ ਉੱਪਰ ਰਹਿੰਦੀ ਸੀ? ਉਹ ਲੂਣ ਦੇ ਪਹਾੜ ਉੱਪਰ ਰਹਿੰਦੀ ਸੀ। ਉਹ ਦੋਵੇਂ ਪਹਾੜ ਨਾਲ ਨਾਲ ਸਨ, ਨੇੜੇ ਨੇੜੇ। ਠੀਕ ਹੈ, ਜੋ ਦੋ ਪਹਾੜ ਸੀਗੇ, ਇੱਕ ਸੀ ਮਿਸ਼ਰੀ ਦਾ ਪਹਾੜ, ਇੱਕ ਸੀ ਲੂਣ ਦਾ ਪਹਾੜ, ਔਰ ਜੋ ਦੋਨੋਂ ਪਹਾੜ ਸੀ ਉਹ ਬਿਲਕੁਲ ਨਾਲ ਨਾਲ ਨੇੜੇ ਨੇੜੇ ਸੀ। ਇੱਕ ਦਿਨ ਦੋਵੇਂ ਕੀੜੀਆਂ ਆਪੋ ਆਪਣੇ ਪਹਾੜ ਦੇ ਸਿਖਰ ਉੱਤੇ ਘੁੰਮ ਫਿਰ ਰਹੀਆਂ ਸਨ। ਠੀਕ ਹੈ, ਇੱਕ ਦਿਨ ਦੀ ਕਹਿੰਦੇ ਗੱਲ ਹੈ ਕਿ ਜੋ ਦੋਨੋਂ ਕੀੜੀਆਂ ਸੀ ਉਹ ਆਪਣੇ ਪਹਾੜ ਦੇ ਸਿਖਰ ਉੱਪਰ, ਜੋ ਮਿੱਠੋ ਹੈ ਆਪਣੇ ਉਹਦਾ ਪਹਾੜ ਸੀ ਮਿਸ਼ਰੀ, ਉਹ ਮਿਸ਼ਰੀ ਦੇ ਪਹਾੜ ਦੇ ਉੱਪਰ ਸਿਖਰ ਮਤਲਬ ਸਭ ਤੋਂ ਉੱਪਰ, ਟੌਪ 'ਤੇ ਘੁੰਮ ਰਹੀ ਸੀ। ਔਰ ਇੱਦਾਂ ਜੋ ਸਲੂਣੋ ਸੀ ਉਹ ਵੀ ਆਪਣੇ ਪਹਾੜ ਜੋ ਹੈ, ਉਸਦਾ ਜੋ ਪਹਾੜ ਕਿਹੜਾ ਸੀਗਾ? ਲੂਣ ਦਾ ਪਹਾੜ ਸੀ। ਉਹ ਉਸ ਪਹਾੜ ਦੇ ਉੱਪਰ ਘੁੰਮ ਰਹੀ ਸੀ, ਸਿਖਰ 'ਤੇ, ਟੌਪ 'ਤੇ। ਭੈਣ ਸਲੂਣੋ ਕੀ ਹਾਲ ਹੈ ਤੇਰਾ? ਮਿੱਠੋ ਨੇ ਮਿੱਠੀ ਜ਼ੁਬਾਨ ਨਾਲ ਪੁੱਛਿਆ। ਠੀਕ ਹੈ, ਕੀ ਕਹਿੰਦੀ ਪਈ ਹੈ ਮਿੱਠੋ? ਮਿੱਠੀ ਜ਼ੁਬਾਨ ਨਾਲ ਦੂਸਰੀ ਕੀੜੀ ਨੂੰ ਉਸਦਾ ਹਾਲ ਪੁੱਛ ਰਹੀ ਹੈ ਕਿ ਤੇਰਾ ਕੀ ਹਾਲ ਹੈ। ਸਲੂਣੋ ਕੀ ਜਵਾਬ ਦੇ ਰਹੀ ਹੈ? ਭੈਣ ਮਿੱਠੋ ਹਾਲ ਕਾਹਦਾ, ਸਾਰਾ ਦਿਨ ਖਾਰਾ ਸਲੂਣਾ। ਠੀਕ ਹੈ, ਕਹਿੰਦੇ ਕਿ ਹਾਲ ਉਸਨੇ ਚੰਗਾ ਨਹੀਂ ਦੱਸਿਆ ਆਪਣਾ, ਸਲੂਣੋ ਨੇ ਜਵਾਬ ਵਿੱਚ। ਕਹਿੰਦੇ ਕਿ ਹਾਲ ਕਾਹਦਾ, ਸਾਰਾ ਦਿਨ ਜੋ ਖਾਰਾ ਸਲੂਣਾ, ਮੀਨਸ ਕਿ ਉਹ ਤੁਹਾਨੂੰ ਪਤਾ ਹੀ ਕਿ ਉਹ ਲੂਣ ਦੇ ਪਹਾੜ ਉੱਪਰ ਰਹਿੰਦੀ ਸੀ ਔਰ ਖਾਣ ਨੂੰ ਵੀ ਜ਼ਿਆਦਾਤਰ ਉਸਨੂੰ ਲੂਣ ਹੀ ਮਿਲਦਾ ਹੋਵੇਗਾ, ਨਮਕ ਹੀ ਮਿਲਦਾ ਹੋਵੇਗਾ। ਤਾਂ ਕਹਿੰਦੇ ਕਿ ਹਾਲ ਕਾਹਦਾ, ਸਾਰਾ ਦਿਨ ਜੋ ਹੈ ਜੋ ਖਾਰਾ ਔਰ ਸਲੂਣਾ ਹੀ ਹੁੰਦਾ ਹੈ। ਭੈਣ ਸਲੂਣੋ ਤੂੰ ਇਉਂ ਕਰ, ਕੁਝ ਦਿਨ ਮੇਰੇ ਪਹਾੜ ਉੱਤੇ ਆ ਕੇ ਰਹਿ, ਮਿੱਠੀ ਮਿੱਠੀ ਮਿਸ਼ਰੀ ਖਾ ਤੇ ਆਨੰਦ ਲੈ, ਜਿੰਨਾ ਚਿਰ ਤੇਰਾ ਜੀ ਕਰੇ ਰਹਿ, ਭਾਵੇਂ ਸਾਰੀ ਉਮਰ ਵੀ। ਇੱਕ ਦਿਨ ਮਿੱਠੋ ਨੇ ਇੱਕ ਦਿਨ ਕਿਹਾ ਸਲੂਣੋ ਨੂੰ ਕਿ ਭੈਣ ਸਲੂਣੋ ਤੂੰ ਇਸ ਤਰ੍ਹਾਂ ਕਰ, ਤੂੰ ਮੇਰੇ ਕੋਲ ਆ ਜਾ, ਮੇਰੇ ਪਹਾੜ ਉੱਪਰ ਆ ਜਾ, ਇੱਥੇ ਆ ਜਾ। ਤੂੰ ਇੱਥੇ ਤਾਂ ਆਪਣੇ ਪਹਾੜ 'ਤੇ ਤਾਂ ਤੂੰ ਕਹਿੰਦੀ ਹੈ ਕਿ ਪੂਰਾ ਦਿਨ ਜੋ ਖਾਰਾ ਸਲੂਣਾ ਜਾਂ ਨਮਕ ਵਾਲਾ ਮੂੰਹ ਹੀ ਰਹਿੰਦਾ ਹੈ, ਤੂੰ ਮੇਰੇ ਪਹਾੜ 'ਤੇ ਆ ਜਾ, ਇੱਥੇ ਆ ਕੇ ਜੋ ਮਿੱਠੀ ਮਿੱਠੀ ਜੋ ਮਿਸ਼ਰੀ ਖਾ ਔਰ ਆਨੰਦ ਲੈ, ਇੰਜੋਏ ਕਰ। ਠੀਕ ਹੈ, ਔਰ ਜਿੰਨਾ ਚਿਰ ਵੀ ਤੂੰ ਰਹਿਣਾ ਚਾਹੁੰਦੀ ਹੈ ਮੇਰੇ ਪਹਾੜ ਉੱਪਰ, ਮਿਸ਼ਰੀ ਦੇ ਪਹਾੜ ਉੱਪਰ ਤੂੰ ਰਹਿ ਲੈ। ਕਹਿੰਦੇ ਕਿ ਜੇ ਤੂੰ ਪੂਰੀ ਉਮਰ ਵੀ ਰਹਿਣਾ ਚਾਹੁੰਦੀ ਹੈ ਤਾਂ ਵੀ ਤੂੰ ਮੇਰੇ ਪਹਾੜ ਉੱਪਰ ਰਹਿ ਸਕਦੀ ਹੈ। ਚੰਗਾ ਭੈਣੇ, ਆਵਾਂਗੀ ਕਿਸੇ ਦਿਨ ਵਿਹਲ ਕੱਢ ਕੇ, ਸਲੂਣੋ ਨੇ ਜਵਾਬ ਦਿੱਤਾ। ਸਲੂਣੋ ਕੀ ਕਹਿਣ ਲੱਗੀ ਅੱਗੇ ਕਿ ਭੈਣ ਠੀਕ ਹੈ, ਮੈਂ ਕਿਸੇ ਦਿਨ ਵਿਹਲ ਕੱਢ ਕੇ ਜ਼ਰੂਰ ਆਵਾਂਗੀ। ਠੀਕ ਹੈ, ਫਿਰ ਗਈ ਸਲੂਣੋ ਮਿਸ਼ਰੀ ਦੇ ਪਹਾੜ ਉੱਤੇ। ਨਵੀਨ ਨੇ ਪੁੱਛਿਆ। ਠੀਕ ਹੈ, ਨਵੀਨ ਕੀ ਪੁੱਛ ਰਿਹਾ ਨਾਨੀ ਜੀ ਨੂੰ? ਇਹ ਨਾਨੀ ਜੀ ਕਹਾਣੀ ਸੁਣਾ ਰਹੇ ਨਾ,
ਤਾਂ ਨਾਨੀ ਜੀ ਨੇ ਨਵੀਨ ਨੂੰ ਕੀ ਪੁੱਛਿਆ ਕਿ ਨਾਨੀ ਜੀ ਫਿਰ ਗਈ ਸਲੂਨੋ ਮਿਸ਼ਰੀ ਦੇ ਪਹਾੜ ਉੱਪਰ। ਠੀਕ ਹੈ, ਅੱਗੇ ਕੀ ਹੈ ਲਿਖ ਰਹੇ ਨੇ, ਲੂਣ ਛੱਡ ਕੇ ਮਿਸ਼ਰੀ ਖਾਣ ਨੂੰ ਮਿਲੇ, ਲੂਣ ਛੱਡ ਕੇ ਮਿਸ਼ਰੀ ਮਿਲੇ ਖਾਣ ਨੂੰ, ਹੋਰ ਕੀ ਚਾਹੀਦਾ, ਉਹ ਤਾਂ ਭੱਜੀ ਗਈ ਹੋਊ ਜਿਵੇਂ ਆਪਾਂ ਚਾਕਲੇਟ ਦੇਖ ਕੇ ਭੱਜਦੇ ਹਾਂ, ਹੈ ਨਾ ਨਾਨੀ ਜੀ। ਅਨੀਸ਼ਾ ਵੀ ਬੋਲ ਪਈ। ਅਨੀਸ਼ਾ ਤੇ ਜੋ ਨਵੀਨ ਸੀ ਦੋਨੋਂ ਕਹਾਣੀ ਸੁਣ ਰਹੇ ਸੀ, ਤੇ ਅਨੀਸ਼ਾ ਨਵੀਨ ਕਹਿਣ ਲੱਗਾ ਤੇ ਗਈ ਉਹ ਪਹਾੜ ਉੱਪਰ, ਫਿਰ ਮਿੱਠੋ ਦੇ ਪਹਾੜ ਉੱਪਰ, ਮਿਸ਼ਰੀ ਦੇ ਪਹਾੜ ਉੱਪਰ। ਤੇ ਅਨੀਸ਼ਾ ਕਹਿਣ ਲੱਗੀ ਕਿ ਹਾਂ ਕਿਉਂ ਨਹੀਂ ਜਾਊਗੀ, ਉਸਨੂੰ ਤਾਂ ਲੂਣ ਛੱਡ ਕੇ ਮਿਸ਼ਰੀ ਖਾਣ ਨੂੰ ਮਿਲਣੀ ਸੀ, ਮਿੱਠੀ ਮਿੱਠੀ ਮਿਸ਼ਰੀ ਖਾਣ ਨੂੰ ਮਿਲਣੀ ਸੀ, ਉਹ ਤਾਂ ਦੌੜ ਕੇ ਗਈ ਹੋਊਗੀ, ਭੱਜੀ ਗਈ ਹੋਊਗੀ, ਫਟਾਫਟ ਗਈ ਹੋਣੀ। ਜਿਵੇਂ ਬੱਚੇ ਜੋ ਹੈ ਚੋਕਲੇਟ ਵੱਲ ਦੌੜਦੇ ਨੇ, ਉਸ ਤਰ੍ਹਾਂ ਹੀ ਉਹ ਜੋ ਸਲੂਨੋ ਵੀ ਮਿਸ਼ਰੀ ਵੱਲ ਦੌੜ ਕੇ ਗਈ ਹੋਏਗੀ। ਫਿਰ ਨਾਨੀ ਜੀ ਕੀ ਕਹਿਣ ਲੱਗੇ, ਧਿਆਨ ਨਾਲ ਸੁਣੋ ਬੇਟੇ, ਇਸ ਵਿੱਚ ਰਮਜ ਡੂੰਘੀ ਹੈ। ਕੀ ਕਹਿੰਦੇ ਕਿ ਬੇਟਾ ਜੋ ਕਹਾਣੀ ਹੈ ਉਹ ਧਿਆਨ ਨਾਲ ਸੁਣੋ, ਇਸ ਵਿੱਚ ਜੋ ਰਮਜ ਹੈ, ਇਸ ਵਿੱਚ ਜੋ ਭੇਦ ਹੈ, ਜੋ ਇਸ਼ਾਰਾ ਹੈ, ਉਹ ਕਾਫੀ ਡੂੰਘਾ ਹੈ, ਗਹਿਰਾਈ ਵਾਲਾ ਹੈ, ਆਮ ਬਾਤਾਂ ਵਰਗੀ ਨਹੀਂ ਹੈਗੀ। ਇਸ ਕਹਾਣੀ ਵਿੱਚ ਲੂਣ ਨੂੰ ਸਮਝ ਲਓ, ਤੁਸੀਂ ਸਮਝ ਲਓ ਜਿਵੇਂ ਔਗੁਣ ਹੋਣ, ਤੇ ਮਿਸ਼ਰੀ ਨੂੰ ਸਮਝ ਲਓ ਗੁਣ, ਚੰਗੇ ਗੁਣ। ਠੀਕ ਹੈ ਨਾ। ਕੀ ਕਹਿੰਦੇ ਪਏ ਨਾਨੀ ਜੀ, ਕਹਿੰਦੇ ਕਿ ਇਹ ਕਹਾਣੀ ਦੀ ਜੋ ਰਮਜ ਹੈ, ਜੋ ਭੇਦ ਹੈ, ਇਸ਼ਾਰਾ, ਉਹ ਕਾफ़ੀ ਗਹਿਰਾਈ ਵਾਲਾ ਹੈ, ਧਿਆਨ ਨਾਲ ਸੁਣੋ। ਜਿਹੜਾ ਜੋ ਨਮਕ ਹੈ, ਜੋ ਲੂਣ ਹੈ, ਉਹਨੂੰ ਤੁਸੀਂ ਸਮਝੋ, ਕੀ ਸਮਝੋ, ਔਗੁਣ, ਹੈ ਨਾ, ਬੁਰੀਆਂ ਆਦਤਾਂ, ਔਗੁਣ। ਉਹ ਜੋ ਮਿਸ਼ਰੀ ਹੈ ਉਹਨੂੰ ਤੁਸੀਂ ਸਮਝ ਲਓ ਗੁਣ, ਚੰਗੀਆਂ ਆਦਤਾਂ। ਠੀਕ ਹੈ। ਹਾਂ ਨਾਨੀ ਜੀ, ਨਵੀਨ ਤੇ ਅਨੀਸ਼ਾ ਇਕੱਠੇ ਬੋਲੇ, ਦੋਨੋਂ ਬੱਚੇ ਦੋਨੋਂ ਇਕੱਠੇ ਬੋਲੇ, ਹਾਂ ਨਾਨੀ ਜੀ ਠੀਕ ਹੈ। ਸਲਾਹਾਂ ਕਰਦਿਆਂ ਸਲੂਨੋ ਨੇ ਕਈ ਦਿਨ ਲੰਘਾ ਦਿੱਤੇ, ਜਿਵੇਂ ਮਾੜੀ ਆਦਤ ਛੱਡਣ ਦੀ ਲੋਕ ਆਲਸ ਕਰ ਛੱਡਦੇ ਨੇ, ਉਵੇਂ ਹੀ ਕਹਿੰਦੇ ਕਿ ਸਲਾਹਾਂ ਕਰਦਿਆਂ ਸੋਚਦਿਆਂ ਜੋ ਹੈ ਸਲੂਨੋ ਨੇ ਕਾਫੀ ਦਿਨ ਜੋ ਹੈ ਇੱਦਾਂ ਹੀ ਕੱਢ ਦਿੱਤੇ। ਜਿਵੇਂ ਕੋਈ ਵੀ ਮਾੜੀ ਆਦਤ ਜਾਂ ਫਿਰ ਬੁਰੀ ਆਦਤ ਸਾਨੂੰ ਹੋਵੇ, ਆਪਾਂ ਉਹਨੂੰ ਛੱਡਣ ਲਈ ਆਪਾਂ ਸੋਚਦੇ ਰਹਿੰਦੇ, ਕੋਈ ਨਹੀਂ ਅੱਜ ਇਸ ਤਰ੍ਹਾਂ ਕਰ ਲੈਂਦੇ ਹਾਂ, ਕੱਲ੍ਹ ਤੋਂ ਆਪਾਂ ਕੱਲ੍ਹ ਕਰਾਂਗੇ, ਕੱਲ੍ਹ ਆਪਾਂ ਠੀਕ ਹੋ ਜਾਵਾਂਗੇ, ਕੱਲ੍ਹ ਤੋਂ ਇਹ ਕੰਮ ਨਹੀਂ ਕਰਨਾ। ਫੋਰ ਐਗਜ਼ਾਮਪਲ ਤੁਸੀਂ ਕਿਸੇ ਨੂੰ ਵੀ ਕੁਛ ਵੀ, ਸਾਡੀ ਰਾਈਟਿੰਗ ਵੀ ਗੰਦੀ ਹੈ ਨਾ, ਆਪਾਂ ਹੁਣ ਮੈਂ ਹੋਮਵਰਕ ਫਟਾਫਟ ਕਰ ਲੈਂਦਾ ਜਾਂ ਕਰ ਲੈਂਦੀ ਹੈ, ਕੱਲ੍ਹ ਤੋਂ ਜੋ ਹੈ ਮੈਂ ਹੋਮਵਰਕ ਧਿਆਨ ਨਾਲ ਹੌਲੀ ਹੌਲੀ ਸੋਹਣੀ ਰਾਈਟਿੰਗ 'ਚ ਕਰਾਂਗੀ, ਹੈ ਨਾ। ਮਤਲਬ ਕਿ ਆਪਾਂ ਆਲਸ ਕਰ ਜਾਂਦੇ ਹਾਂ ਮਾੜੀ ਆਦਤ ਛੱਡਣ ਲਈ। ਉਸ ਤਰ੍ਹਾਂ ਹੀ ਜੋ ਸਲੂਨੋ ਵੀ ਕਾਫੀ ਦਿਨ ਉਸਨੇ ਕੀ ਕੀਤਾ, ਕੱਢ ਦਿੱਤੇ ਇੱਦਾਂ ਸੋਚਦਿਆਂ ਹੀ। ਇੱਕ ਦਿਨ ਉਸਨੇ ਸਲਾਹ ਬਣਾ ਹੀ ਲਈ ਮਿਸ਼ਰੀ ਦੇ ਪਹਾੜ ਉੱਤੇ ਜਾਣ ਦੀ, ਪਰ ਉਸਨੇ ਨਾਲ ਹੀ ਉਸਨੇ ਸੋਚਿਆ, ਇੱਕ ਦਿਨ ਉਸਨੇ ਸਲਾਹ ਬਣਾ ਹੀ ਲਈ, ਉਹ ਸੋਚ ਹੀ ਲਿਆ ਕਿ ਚਲੋ ਠੀਕ ਹੈ ਅੱਜ ਮੈਂ ਚਲੀ ਜਾਂਦੀ ਹਾਂ। ਨਾਲ ਹੀ ਉਸਨੇ ਕੀ ਸੋਚਿਆ, ਮਿੱਠੋ ਦੇ ਪਹਾੜ ਤੇ ਮੇਰੇ ਪਹਾੜ ਦਾ ਰੰਗ ਤਾਂ ਇੱਕੋ ਜਿਹਾ ਹੀ ਲੱਗਦਾ ਹੈ। ਕਹਿੰਦੇ ਕਿ ਜੋ ਮਿਸ਼ਰੀ ਦਾ ਪਹਾੜ ਹੈ, ਮਿੱਠੋ ਦਾ ਪਹਾੜ ਹੈ, ਔਰ ਮੇਰਾ ਜੋ ਪਹਾੜ ਹੈ ਲੂਣ ਦਾ ਪਹਾੜ ਹੈ, ਉਹਦਾ ਰੰਗ ਤਾਂ ਇੱਕੋ ਜਿਹਾ ਹੀ, ਸੇਮ ਹੀ ਹੈ। ਸੋਚ ਕੇ ਉਹਨੇ ਲੂਣ ਦੀ ਇੱਕ ਵੱਡੀ ਡਲੀ ਆਪਣੇ ਮੂੰਹ ਵਿੱਚ ਰੱਖ ਲਈ ਤੇ ਮਨ ਹੀ ਮਨ ਵਿੱਚ ਕਿਹਾ, ਉਸਨੇ ਸੋਚਿਆ ਸਾਰਾ ਕੁਝ ਔਰ ਉਸਨੇ ਕੀ ਕੀਤਾ, ਇੱਕ ਲੂਣ ਦੀ ਡਲੀ, ਇੱਕ ਪੀਸ ਜੋ ਹੈ ਨਮਕ ਦਾ, ਠੀਕ ਹੈ, ਆਪਣੇ ਮੂੰਹ ਵਿੱਚ ਰੱਖ ਲਿਆ ਔਰ ਆਪਣੇ ਮਨ ਵਿੱਚ ਅੰਦਰ ਹੀ ਸੋਚਣ ਲੱਗੀ, ਜੇ ਮਿੱਠੋ ਕੋਲ ਕੁਝ ਨਾ ਹੋਇਆ, ਘੱਟੋ ਘੱਟ ਮੇਰੇ ਕੋਲ ਆਪਣਾ ਲੂਣ ਤਾਂ ਹੋਊ। ਕਹਿੰਦੇ ਕਿ ਜੇ ਮਿੱਠੋ ਕੋਲ ਕੁਝ ਖਾਣ ਨੂੰ ਉਸਨੇ ਮੈਨੂੰ ਨਹੀਂ ਦਿੱਤਾ, ਚਲੋ ਘੱਟ ਤੋਂ ਘੱਟ ਮੇਰੇ ਕੋਲ ਆਪਣਾ ਨਮਕ ਤਾਂ ਹੋਏਗਾ ਇਹ ਖਾਣ ਨੂੰ। ਇਹ ਉਸਨੇ ਕਹਿ ਕੇ ਆਪਣੇ ਜੋ ਹੈ ਮੂੰਹ ਵਿੱਚੋਂ ਨਮਕ ਦਾ ਪੀਸ ਜੋ ਡਲੀ ਹੈ ਉਹ ਰੱਖ ਲਈ। ਚਲੋ ਜੀ, ਆਖਰ ਸਲੂਨੋ ਮਿੱਠੋ ਦੇ ਪਹਾੜ ਉੱਤੇ ਪਹੁੰਚ ਹੀ ਗਈ। ਮਿੱਠੋ ਉਸ ਨੂੰ ਸਾਰਾ ਪਹਾੜ ਘੁਮਾਉਂਦੀ ਫਿਰੀ। ਠੀਕ ਹੈ, ਜੋ ਮਿੱਠੋ ਜੋ ਹੈ ਉੱਥੇ ਪਹੁੰਚ ਗਈ, ਜੋ ਸਲੂਨੋ ਜੋ ਹੈ ਮਿੱਠੋ ਦੇ ਪਹਾੜ ਉੱਪਰ ਪਹੁੰਚ ਗਈ। ਮਿੱਠੋ ਨੇ ਸਾਰਾ ਪਹਾੜ ਉਸ ਨੂੰ ਘੁਮਾਇਆ, ਤਰ੍ਹਾਂ ਤਰ੍ਹਾਂ ਦੀ ਮਿਸ਼ਰੀ ਦੇ ਡਲਿਆਂ ਕੋਲ ਲਿਜਾ ਕੇ ਸਿਫਤਾਂ ਕਰਦੀ ਰਹੀ। ਅਲੱਗ ਅਲੱਗ ਦੀ ਮਿਸ਼ਰੀ ਸੀ ਉਹਦੇ ਕੋਲ, ਉਹਨਾਂ ਦੇ ਮਿਸ਼ਰੀ ਦੇ ਡਲੇ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ, ਪੀਸ, ਠੀਕ ਹੈ, ਉਹਨਾਂ ਕੋਲ ਲਿਜਾ ਕੇ ਉਹ ਕੀ ਕਰਦੀ ਰਹੀ, ਸਿਫਤਾਂ ਕਰਦੀ ਰਹੀ। ਸਾਰਾ ਪਹਾੜ ਘੁਮਾ ਕੇ ਸਲੂਨੋ ਵਾਪਸ ਆ ਗਈ। ਸਾਰਾ ਪਹਾੜ ਉਸਨੇ ਘੁੰਮਿਆ, ਉਹ ਜੋ ਸਲੂਨੋ ਹੈ ਉਹ ਵਾਪਸ ਆ ਗਈ। ਆਪਣੇ ਪਹਾੜ ਉੱਤੇ ਪਹੁੰਚ ਕੇ ਆਖਣ ਲੱਗੀ, ਇੰਨਾ ਲੰਮਾ ਚੌੜਾ ਪਹਾੜ ਘੁੰਮਦੀ ਫਿਰੀ ਪਾਗਲਾਂ ਵਾਂਗੂ, ਮਿਸ਼ਰੀ ਕਿਹੜੀ ਮਿਲੀ ਉੱਥੇ ਸਵਾਹ। ਸਲੂਨੋ ਅੱਕੀ ਪਈ ਸੀ, ਸਲੂਨੋ ਜੋ ਹੈ ਗੁੱਸੇ ਵਿੱਚ ਸੀ, ਅੱਕੀ ਹੋਈ ਸੀ, ਥੱਕੀ ਹੋਈ ਸੀ। ਕਹਿੰਦੀ ਕਿ ਸਾਰਾ ਪਹਾੜ ਮੈਂ ਪਾਗਲਾਂ ਵਾਂਗੂ ਘੁੰਮਦੀ ਰਹੀ, ਉੱਥੇ ਕੁਝ ਵੀ ਖਾਣ ਨੂੰ ਨਹੀਂ ਮਿਲਿਆ। ਸਵਾਦ ਦਾ ਮਤਲਬ ਕੁਛ ਵੀ ਨਹੀਂ, ਠੀਕ ਹੈ, ਕਿ ਕੁਛ ਵੀ ਖਾਣ ਨੂੰ ਉੱਥੇ ਨਹੀਂ ਮਿਲਿਆ। ਹਾਂ ਬੇਟੇ ਨਵੀਨ, ਦੱਸੋ ਸਲੂਨੋ ਨੂੰ ਮਿਸ਼ਰੀ ਦਾ ਸਵਾਦ ਕਿਉਂ ਨਹੀਂ ਆਇਆ।
ਠੀਕ ਹੈ। ਇਹ ਕੌਣ ਪੁੱਛ ਰਿਹਾ? ਜੋ ਨਾਨੀ ਜੀ ਹੈ ਕਹਾਣੀ ਸੁਣਾ ਰਹੇ ਸੀਗੇ, ਉਹ ਨਵੀਨ ਨੂੰ ਪੁੱਛਦੇ ਕਿ ਨਵੀਨ ਤੁਸੀਂ ਮੈਨੂੰ ਦੱਸੋ ਕਿ ਮਿਸ਼ਰੀ ਦਾ ਜੋ ਸਵਾਦ ਹੈ ਸਲੂਣੋਂ ਨੂੰ ਕਿਉਂ ਨਹੀਂ ਆਇਆ। ਠੀਕ ਹੈ ਜੀ। ਨਵੀਨ ਨੇ ਕੀ ਆਨਸਰ ਦਿੱਤਾ ਉਸ ਨੂੰ, ਨਾਨੀ ਜੀ ਨੂੰ ਅੱਗੇ? ਕਹਿੰਦੇ ਕਿ ਕਿਉਂਕਿ ਸਲੂਣੋ ਦੇ ਆਪਣੇ ਮੂੰਹ ਵਿੱਚ ਲੂਣ ਦੀ ਵੱਡੀ ਡਲੀ ਜੋ ਰੱਖੀ ਹੋਈ ਸੀ। ਸਲੂਣੋ ਨੇ ਕੀ ਕੀਤਾ ਸੀ? ਆਪਣੇ ਮੂੰਹ ਵਿੱਚ ਲੂਣ ਦੀ ਇੱਕ ਵੱਡੀ ਡਲੀ ਰੱਖੀ ਸੀ। ਨਵੀਨ ਬੋਲਿਆ ਤਾਂ ਨਾਨੀ ਜੀ ਅੱਗੇ ਕੀ ਕਹਿਣ ਲੱਗੇ? ਬਿਲਕੁਲ ਠੀਕ। ਤੁਹਾਨੂੰ ਵੀ ਪਤਾ ਕਿ ਉਹ ਜਦ ਗਈ ਸੀ ਲੂਣ ਦੀ ਇੱਕ ਵੱਡੀ ਡਲੀ ਜੋ ਆਪਣੇ ਮੂੰਹ ਵਿੱਚ ਰੱਖ ਕੇ ਗਈ ਸੀ, ਇਹ ਸੋਚ ਕੇ ਕਿ ਪਤਾ ਨਹੀਂ ਉੱਥੇ ਕੁਝ ਖਾਣ ਨੂੰ ਮਿਲੇਗਾ ਕਿ ਨਹੀਂ ਮਿਲੇਗਾ, ਇਸ ਲਈ ਉਹ ਮਿਸ਼ਰੀ ਨੂੰ ਟੇਸਟ ਹੀ ਨਹੀਂ ਕਰ ਪਾਈ, ਕਿਉਂਕਿ ਉਸ ਦੇ ਮੂੰਹ ਵਿੱਚ ਜੋ ਨਮਕ ਦੀ ਡਲੀ, ਨਮਕ ਦਾ ਜੋ ਪੀਸ ਸੀ, ਲੂਣ ਦੀ ਜੋ ਡਲੀ ਸੀ, ਉਹੀ ਖੁਰਦੀ ਰਹੀ। ਇਸ ਤਰ੍ਹਾਂ ਹੀ ਨਾਨੀ ਜੀ ਵੀ ਕਹਿ ਰਹੇ ਨੇ ਕਿ ਬਿਲਕੁਲ ਠੀਕ, ਸਾਰੇ ਰਾਹ ਉਸ ਦੇ ਮੂੰਹ ਵਿੱਚ ਉਹੀ ਲੂਣ ਦੀ ਜੋ ਡਲੀ ਸੀ ਖੁਰਦੀ ਰਹੀ। ਮਿਸ਼ਰੀ ਦਾ ਸਵਾਦ ਤਾਂ ਉਹ ਤਾਂ ਹੀ ਚੱਖ ਸਕਦੀ ਸੀ, ਉਹ ਲੂਣ ਦੀ ਡਲੀ ਮੂੰਹ ਵਿੱਚੋਂ ਕੱਢਦੀ। ਠੀਕ ਹੈ। ਚੱਖਣਾ ਦਾ ਮਤਲਬ ਟੇਸਟ ਕਰਨਾ। ਠੀਕ ਹੈ। ਤਾਂ ਕੀ ਕਹਿ ਰਹੇ ਕਿ ਉਹੀ ਨਾਨੀ ਕਹਿ ਰਹੇ ਕਿ ਉਹ ਤਾਂ ਹੀ ਜੋ ਹੈ ਉਹ ਚੱਖ ਸਕਦੀ ਸੀ ਮਿਸ਼ਰੀ ਦਾ ਟੇਸਟ, ਜੇ ਉਹ ਆਪਣੇ ਮੂੰਹ ਵਿੱਚੋਂ ਜੋ ਲੂਣ ਦੀ ਡਲੀ ਹੈ ਉਹ ਬਾਹਰ ਕੱਢਦੀ। ਜਿਵੇਂ ਅਨੀਸ਼ਾ ਪ੍ਰਯੋਗ ਕਰਦੀ ਸੀ ਆਪਣੇ ਜੇ ਬੋਤਲ ਵਿੱਚੋਂ ਹਵਾ ਬਾਹਰ ਨਿਕਲੂਗੀ ਤਾਂ ਹੀ ਪਾਣੀ ਅੰਦਰ ਭਰਿਆ ਜਾਊ। ਠੀਕ ਹੈ ਜੀ। ਕਹਿੰਦੇ ਕਿ ਜਿਵੇਂ ਅਨੀਸ਼ਾ ਜੋ ਹੈ ਉਹ ਕੀ ਕਰ ਰਹੀ ਸੀ? ਪ੍ਰਯੋਗ ਕਰ ਰਹੀ ਸੀ, ਐਕਸਪੈਰੀਮੈਂਟ ਕਰ ਰਹੀ ਸੀ ਸਾਇੰਸ ਦਾ ਸਬਜੈਕਟ ਦਾ, ਤੁਸੀਂ ਪਾਠ ਦੇ ਸ਼ੁਰੂ ਵਿੱਚ ਹੀ ਪੜ੍ਹਿਆ। ਕਹਿੰਦੇ ਕਿ ਜਿਵੇਂ ਜੋ ਅਨੀਸ਼ਾ ਜੋ ਹੈ ਉਹ ਪ੍ਰਯੋਗ ਕਰ ਰਹੀ ਸੀ ਕਿ ਜਿਵੇਂ ਹਵਾ ਬਾਹਰ ਨਿਕਲਦੀ ਹੈ ਬੋਤਲ ਵਿੱਚੋਂ ਤਾਂ ਫਿਰ ਪਾਣੀ ਅੰਦਰ ਜਾਂਦਾ ਹੈ, ਉਸ ਤਰ੍ਹਾਂ ਹੀ ਜੇ ਸਾਡੇ ਵਿੱਚੋਂ ਜੋ ਹੈ ਔਗੁਣ, ਬੁਰੀਆਂ ਆਦਤਾਂ ਉਹ ਬਾਹਰ ਜਾਣਗੀਆਂ, ਫਿਰ ਹੀ ਜਾ ਕੇ ਜੋ ਹੈ ਆਪਾਂ ਚੰਗੀਆਂ ਆਦਤਾਂ ਜੋ ਗ੍ਰਹਿਣ ਕਰ ਪਾਵਾਂਗੇ। ਜਿਵੇਂ ਉਹ ਸਲੂਣੋਂ ਗਈ ਸੀ, ਉਸਨੇ ਆਪਣੀ ਮਾੜੀ ਆਦਤ, ਤੁਹਾਨੂੰ ਪਹਿਲਾਂ ਨਾਨੀ ਜੀ ਨੇ ਦੇਖੋ ਸਮਝਾਇਆ ਕਿ ਮਾੜੀ ਆਦਤ ਲੂਣ ਨੂੰ ਸਮਝ ਲਓ ਤੁਸੀਂ ਮਾੜੀ ਆਦਤ ਹੈ ਨਾ, ਬੁਰੀ ਆਦਤ ਔਗੁਣ, ਅਤੇ ਉਸਨੇ ਆਪਣਾ ਔਗੁਣ ਨਹੀਂ ਛੱਡਿਆ। ਉਹ ਲੂਣ ਦੀ ਜੋ ਡਲੀ ਹੈ ਆਪਣੇ ਮੂੰਹ ਵਿੱਚ ਰੱਖੀ, ਆਪਣਾ ਔਗੁਣ ਆਪਣੇ ਕੋਲ ਹੀ ਰੱਖਿਆ, ਇਸ ਲਈ ਉਹ ਚੰਗੇ ਗੁਣਾਂ ਨੂੰ ਉਹ ਟੇਸਟ ਹੀ ਨਹੀਂ ਕਰ ਪਾਈ, ਚੰਗੇ ਗੁਣ ਉਹ ਗ੍ਰਹਿਣ ਹੀ ਨਹੀਂ ਕਰ ਪਾਈ। ਜੇ ਔਗੁਣ ਦੂਰ ਹੋ, ਅੱਗੇ ਕੀ ਲਿਖਿਆ ਹੋਇਆ? ਜੇ ਔਗੁਣ ਦੂਰ ਹੋਣਗੇ ਤਾਂ ਹੀ ਉਹਨਾਂ ਦੀ ਥਾਵੇਂ ਗੁਣ ਗ੍ਰਹਿਣ ਕੀਤੇ ਜਾ ਸਕਣਗੇ। ਠੀਕ ਹੈ ਨਾ। ਨਾਨੀ ਜੀ ਨੇ ਫਿਰ ਪੁੱਛਿਆ, ਨਾਨੀ ਜੀ ਪੁੱਛ ਰਹੇ ਨੇ ਕਿ ਜੇ ਤਾਂ ਔਗੁਣ ਦੂਰ ਹੋਣਗੇ ਤਾਂ ਹੀ ਤਾਂ ਫਿਰ ਗ੍ਰਹਿਣ ਜੋ ਚੰਗੇ ਗੁਣ ਉਹ ਆ ਸਕਣਗੇ। ਠੀਕ ਹੈ। ਬਿਲਕੁਲ ਠੀਕ। ਪਰ ਨਾਨੀ ਜੀ ਸਭ ਤੋਂ ਜ਼ਰੂਰੀ ਗੱਲ ਹੈ ਵਿਸ਼ਵਾਸ, ਗੁਣਵਾਨ ਬੰਦੇ ਉੱਤੇ ਵਿਸ਼ਵਾਸ। ਠੀਕ ਹੈ। ਨਵੀਨ ਕੀ ਕਹਿ ਰਿਹਾ ਇਹਦੇ ਵਿੱਚ ਕਿ ਹਾਂ ਨਾਨੀ ਜੀ ਤੁਹਾਡੀ ਗੱਲ ਵੀ ਠੀਕ ਹੈ, ਔਰ ਇੱਕ ਹੋਰ ਜ਼ਰੂਰੀ ਗੱਲ ਹੈ ਵਿਸ਼ਵਾਸ, ਟਰਸਟ। ਠੀਕ ਹੈ। ਗੁਣਵਾਨ ਬੰਦੇ ਉੱਤੇ, ਜੋ ਵਧੀਆ ਬੰਦਾ ਹੈ, ਗੁਣਾਂ ਨਾਲ ਭਰਿਆ ਹੋਇਆ ਬੰਦਾ, ਉਹਦੇ ਉੱਪਰ ਟਰਸਟ ਦੀ ਵੀ ਗੱਲ ਹੈ, ਉਹ ਵੀ ਇੱਕ ਬਹੁਤ ਵਧੀਆ ਜੋ ਜ਼ਰੂਰੀ ਹੈ। ਠੀਕ ਹੈ। ਜੇ ਸਲੂਣੋਂ ਕੀੜੀ ਮਿੱਠੋ 'ਤੇ ਵਿਸ਼ਵਾਸ ਕਰਦੀ ਤਾਂ ਲੂਣ ਦੀ ਡਲੀ ਮੂੰਹ ਵਿੱਚ ਲਿਜਾਂਦੀ ਹੀ ਕਿਉਂ। ਠੀਕ ਹੈ। ਨਵੀਨ ਜੋ ਹੈ ਨੁਕਤਾ ਸਪਸ਼ਟ ਕਰ ਰਿਹਾ, ਇੱਕ ਜੋ ਹੈ ਕਲੀਅਰ ਕਰ ਰਿਹਾ ਨਵੀਨ। ਕਹਿੰਦੇ ਕਿ ਜੇ ਇੱਕ ਤਾਂ ਵਿਸ਼ਵਾਸ ਦੀ ਵੀ ਬਹੁਤ ਜੋ ਜ਼ਰੂਰੀ ਗੱਲ ਹੈ ਉਹ ਵਿਸ਼ਵਾਸ ਵੀ ਹੈ, ਕਿਉਂ ਜੇ ਉਹ ਵਿਸ਼ਵਾਸ ਜੋ ਸਲੂਣੋਂ ਹੈ ਮਿੱਠੋ 'ਤੇ ਵਿਸ਼ਵਾਸ ਕਰਦੀ ਤਾਂ ਲੂਣ ਦੀ ਡਲੀ ਉਹ ਲੈ ਕੇ ਹੀ ਕਿਉਂ ਜਾਂਦੀ। ਕਈ ਵਾਰ ਸਾਡੇ ਨਾਲ ਵੀ ਇਉਂ ਹੀ ਹੁੰਦਾ, ਅਸੀਂ ਚੰਗੇ ਲੋਕਾਂ ਦੀ ਸੰਗਤ ਕਰਦੇ ਹਾਂ ਚੰਗੇ ਗੁਣ ਗ੍ਰਹਿਣ ਕਰਨ ਲਈ, ਪਰ ਵਿਸ਼ਵਾਸ ਦੀ ਘਾਟ ਕਰਕੇ ਸਾਡੇ ਆਪਣੇ ਹੀ ਔਗੁਣਾਂ ਦਾ ਲੂਣ ਸਾਡੀ ਜੀਭ 'ਤੇ ਖੁਰਦਾ ਰਹਿੰਦਾ ਅਤੇ ਅਸੀਂ ਚੰਗੇ ਗੁਣਾਂ ਦੀ ਮਿਠਾਸ ਤੋਂ ਵਾਂਝੇ ਰਹਿ ਜਾਂਦੇ ਹਾਂ। ਇਹ ਨਾਨੀ ਜੀ ਕਹਿੰਦੇ ਪਏ ਕਿ ਕਹਿੰਦੇ ਅਸੀਂ ਕਦੀ ਕੋਸ਼ਿਸ਼ ਕਰਦੇ ਹਾਂ ਕਿ ਚੰਗੇ ਗੁਣ ਗ੍ਰਹਿਣ ਕਰੀਏ, ਬਟ ਆਪਾਂ ਕੀ ਕਰਦੇ ਹਾਂ ਜੋ ਔਗੁਣ ਆਪਣੇ ਛੱਡਦੇ ਨਹੀਂ ਹੈ। ਜਿਵੇਂ ਉਹ ਕੀੜੀ ਦਾ ਜੋ ਲੂਣ ਹੈ ਉਹ ਘੁਲਦਾ ਰਿਹਾ ਸੀ, ਇਸੇ ਲਈ ਆਪਾਂ ਔਗੁਣ ਛੱਡਦੇ ਨਹੀਂ ਹੈ ਅਤੇ ਚੰਗੇ ਗੁਣ ਸਾਡੇ ਕੋਲ ਜੋ ਆ ਨਹੀਂ ਪਾਉਂਦੇ, ਜਾਂ ਫਿਰ ਚੰਗੇ ਗੁਣਾਂ ਦਾ ਆਪਾਂ ਲਾਭ ਉਠਾ ਨਹੀਂ ਪਾਉਂਦੇ। ਸ਼ੁਕਰੀਆ ਨਾਨੀ ਜੀ। ਹੁਣ ਮੈਂ ਇਸ ਨੂੰ ਲਿਖ ਲਵਾਂ ਫਿਰ ਸੁਣਾਵਾਂਗਾ ਤੁਹਾਨੂੰ, ਆਖ ਕੇ ਨਵੀਨ ਆਪਣੀ ਪੜ੍ਹਨ ਵਾਲੀ ਮੇਜ਼ ਉੱਤੇ ਬੈਠ ਗਿਆ, ਜੋ ਸਟੱਡੀ ਟੇਬਲ ਹੈ ਉੱਥੇ ਜਾ ਕੇ ਨਵੀਨ ਬੈਠ ਗਿਆ ਔਰ ਕਹਿਣ ਲੱਗਿਆ ਕਿ ਨਾਨੀ ਜੀ ਠੀਕ ਹੈ ਹੁਣ ਮੈਂ ਇਹਨੂੰ ਲਿਖ ਲਵਾਂ। ਕਿਉਂ ਲਿਖ ਲਵਾਂ? ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਨਵੀਨ ਦਾ ਜੋ ਹੈ ਉਹ ਭਾਸ਼ਣ ਮੁਕਾਬਲਾ ਸੀ। ਠੀਕ ਹੈ। ਇਸ ਲਈ ਉਹ ਕਹਿੰਦਾ ਕਿ ਹੁਣ ਮੈਂ ਜੋ ਤੁਸੀਂ ਮੈਨੂੰ ਸਟੋਰੀ ਸੁਣਾਈ ਹੈ 2 ਕੀੜੀਆਂ ਦੀ, ਉਹ ਮੈਂ ਲਿਖ ਲੈਂਦਾ ਹਾਂ। ਅੱਗੇ ਕੀ ਹੈ, ਨਾਨੀ ਜੀ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੇ, ਕਿਉਂਕਿ ਨਵੀਨ ਹੋਰਾਂ ਦੇ ਮੰਮੀ ਪਾਪਾ ਦਫ਼ਤਰ ਤੋਂ ਆਉਣ ਵਾਲੇ ਸਨ। ਨਾਨੀ ਜੀ ਕੀ ਚਾਹ ਬਣਾਉਣ ਚਲੇ ਗਏ। ਅਨੀਸ਼ਾ ਕੀ ਕਰਦੀ ਪਈ ਹੈ? ਅਨੀਸ਼ਾ ਮੇਨ ਗੇਟ 'ਤੇ ਜੋ ਹੈ ਖੜੀ ਹੋ ਕੇ ਆਪਣੇ ਮੰਮੀ ਪਾਪਾ ਦਾ ਇੰਤਜ਼ਾਰ ਕਰਨ ਲੱਗ ਪੈਂਦੀ ਹੈ। ਇਹ ਸੀ ਜੀ ਸਟੋਰੀ। ਇਹਦੇ ਵਿੱਚ ਆਪਾਂ ਇਹੀ ਸਿੱਖਿਆ ਕਿ ਆਪਾਂ ਜੇ ਸੱਚਮੁੱਚ ਹੀ ਚੰਗੇ ਬਣਨਾ ਚਾਹੁੰਦੇ ਹਾਂ, ਸੱਚਮੁੱਚ ਹੀ ਆਪਾਂ
ਵਧੀਆ ਆਦਤਾਂ ਆਪਣੀਆਂ ਗ੍ਰਹਿਣ ਕਰਨਾ ਚਾਹੁੰਦੇ ਆ ਤਾਂ ਸਾਨੂੰ ਕੀ ਹੈ, ਇੱਕ ਤਾਂ ਵਿਸ਼ਵਾਸ ਆਪਣੇ ਦਿਮਾਗ ਵਿੱਚ ਰੱਖਣਾ ਹੈ, ਵਿਸ਼ਵਾਸ ਕਰਨਾ ਆਪਾਂ ਸਾਨੂੰ ਦੂਸਰੇ ਉੱਪਰ, ਠੀਕ ਹੈ। ਵਿਸ਼ਵਾਸ ਕਰਕੇ ਫਿਰ ਆਪਾਂ ਉਹਨਾਂ ਜੋ ਆਪਣੀ ਮਾੜੀਆਂ ਆਦਤਾਂ ਨੂੰ ਪਹਿਲਾਂ ਕੱਢੋ, ਕੋਸ਼ਿਸ਼ ਕਰੋ ਪੂਰੀ, ਫਿਰ ਆਪਾਂ ਚੰਗੇ ਗੁਣ ਜੋ ਹੈ, ਜੋ ਚੰਗੀਆਂ ਆਦਤਾਂ ਉਹ ਅਪਣਾਉਣ ਦੀ ਕੋਸ਼ਿਸ਼ ਕਰੋ। ਜੇ ਆਪਾਂ ਵਿਸ਼ਵਾਸ ਨਹੀਂ ਕਰਾਂਗੇ, ਜੇ ਆਪਾਂ ਠਾਣ ਨਹੀਂ ਲਵਾਂਗੇ, ਠੀਕ ਹੈ ਜੀ, ਤਦ ਤੱਕ ਆਪਾਂ ਚੰਗੇ ਗੁਣ ਨਹੀਂ ਅਪਣਾ ਸਕਦੇ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ, ਇੱਕ ਵਾਰ ਠਾਣ ਲਓ ਔਰ ਮਨ ਬਣਾ ਲਓ ਕਿ ਮੈਂ ਜੋ ਹੈ ਆਪਣੇ ਚੰਗੇ ਗੁਣ ਜੋ ਹੈ ਉਹ ਆਪਾਂ ਗ੍ਰਹਿਣ ਜੋ ਕਰਨੇ ਹੀ ਹੈ, ਔਰ ਮਾੜੇ ਗੁਣ ਜੋ ਮੇਰੇ ਵਿੱਚ ਹੈ, ਜੋ ਮਾੜੀਆਂ ਆਦਤਾਂ ਆਪਾਂ ਉਸ ਨੂੰ ਛੱਡਣਾ ਹੀ ਹੈ। ਅੱਗੇ ਦੇਖੋ ਜੀ, ਔਖੇ ਸ਼ਬਦਾਂ ਦੇ ਅਰਥ ਹੈ ਸੇਵਾ ਮੁਕਤ, ਨੌਕਰੀਆਂ ਮੁਕਤ, ਠੀਕ ਹੈ ਜੀ। ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਰਿਟਾਇਰਡ। ਵਾਂਝੇ ਮਤਲਬ ਸੱਖਣੇ, ਖਾਲੀ। ਰਮਜ, ਇਸ਼ਾਰਾ, ਸੈਨਤ, ਭੇਦ। ਗ੍ਰਹਿਣ ਕਰਨਾ ਮਤਲਬ ਧਾਰਨ ਕਰਨਾ। ਅੱਗੇ ਹੈ ਖਾਲਿਸਤਾਨ। ਇਹ ਖਾਲਿਸਤਾਨ ਕੀ ਲਿਖਿਆ ਹੈ, ਨਵੀਨ ਦੇ ਨਾਨੀ ਜੀ ਕੀ ਸਨ, ਸੇਵਾ ਮੁਕਤ ਸਕੂਲ ਅਧਿਆਪਿਕਾ ਸਨ, ਠੀਕ ਹੈ ਜੀ। ਤਾਂ ਸੇਵਾ ਮੁਕਤ ਸਕੂਲ ਅਧਿਆਪਿਕਾ ਅੱਗੇ ਲਿਖਿਆ ਹੀ ਹੋਇਆ। ਮਿੱਠੋ ਕੀੜੀ ਕਿਸ ਪਹਾੜ ਉੱਪਰ ਰਹਿੰਦੀ ਸੀ, ਮਿਸ਼ਰੀ ਦੇ ਪਹਾੜ ਉੱਪਰ ਰਹਿੰਦੀ ਸੀ। ਅੱਗੇ ਕੀ ਲਿਖਿਆ ਹੈ, ਖਾਲਿਸਤਾਨ, ਮਿਸ਼ਰੀ ਖਾ ਤੇ ਆਨੰਦ ਲੈ, ਠੀਕ ਹੈ। ਮਿੱਠੀ ਮਿੱਠੀ ਮਿਸ਼ਰੀ ਖਾ ਤੇ ਆਨੰਦ ਲੈ, ਠੀਕ ਹੈ। ईडी वाले खालिस्तान से ਕੀ ਆ ਜਾਊਗਾ, ਮਿੱਠੀ ਮਿੱਠੀ, ਠੀਕ ਹੈ। ਅੱਗੇ ਕੀ ਲਿਖਿਆ ਹੈ, ਸਲੂਣੋ ਕੀੜੀ ਨੇ ਵੱਡੀ ਸਾਰੀ ਖਾਲਿਸਤਾਨ ਆਪਣੇ ਮੂੰਹ ਵਿੱਚ ਰੱਖ ਲਈ। ਵੱਡੀ ਸਾਰੀ ਕੀ ਕੀਤਾ ਸੀ, ਲੂਣ ਦੀ ਡਲੀ ਜੋ ਉਸਨੇ ਆਪਣੇ ਮੂੰਹ ਵਿੱਚ ਰੱਖ ਲਈ ਸੀ। ਹਾਂਜੀ, ਨੈਕਸਟ ਹੈ ਹਾਹਾ ਪਹਿਲਾਂ ਆਪਣੇ ਅੰਦਰੋਂ ਔਗੁਣਾਂ ਨੂੰ ਕੱਢੋ, ਠੀਕ ਹੈ। ਔਗੁਣਾਂ ਨੂੰ ਲਿਖਾਂਗੇ, ਠੀਕ ਹੈ। ਅੱਗੇ ਦੇਖੋ ਪ੍ਰਸ਼ਨ ਉੱਤਰ ਹੈ, ਨਵੀਨ ਨੇ ਸਵੇਰ ਦੀ ਸਭਾ ਵਿੱਚ ਕਿਸ ਵਿਸ਼ੇ 'ਤੇ ਬੋਲਣਾ ਸੀ। ਉਸਦਾ ਵਿਸ਼ਾ ਕੀ ਸੀਗਾ, ਔਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ, ਇਹ ਵਿਸ਼ਾ ਸੀ। ਤਾਂ ਆਪਾਂ ਆਨਸਰ ਕਿਵੇਂ ਲਿਖਾਂਗੇ, ਉੱਤਰ ਕਿਵੇਂ ਲਿਖਾਂਗੇ, ਨਵੀਨ ਨੇ ਸਵੇਰ ਦੀ ਸਭਾ ਵਿੱਚ ਔਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ ਵਿਸ਼ੇ ਉੱਪਰ ਬੋਲਣਾ ਸੀ। ਅੱਗੇ ਜੀ ਦੂਸਰਾ ਕੁਐਸਚਨ ਹੈ, ਨਵੀਨ ਦੀ ਛੋਟੀ ਭੈਣ ਦਾ ਕੀ ਨਾਮ ਦੱਸੋ, ਇਹ ਵੀ ਦੱਸੋ ਕਿ ਉਹ ਕਿਹੜੀ ਜਮਾਤ ਕਿਹੜੀ ਸ਼੍ਰੇਣੀ ਵਿੱਚ ਪੜ੍ਹਦੀ ਸੀ। ਤਾਂ ਜੋ ਨਵੀਨ ਦੀ ਜੋ ਛੋਟੀ ਜੋ ਭੈਣ ਸੀ ਉਸਦਾ ਨਾਮ ਕੀ ਸੀ, ਹਾਂਜੀ ਉਸਦਾ ਨਾਮ ਸੀ ਅਨੀਸ਼ਾ, ਔਰ ਉਹ ਕਿਹੜੀ ਜਮਾਤ ਵਿੱਚ ਪੜ੍ਹਦੀ ਸੀ, 5ਵੀਂ ਜਮਾਤ ਵਿੱਚ ਪੜ੍ਹਦੀ ਸੀ। ਅਗਲਾ ਕੁਐਸਚਨ ਹੈ, ਨਾਨੀ ਜੀ ਨੇ ਨਵੀਨ ਨੂੰ ਕਿਹਨਾਂ ਦੀ ਕਹਾਣੀ ਸੁਣਾਈ ਸੀ, 2 ਕੀੜੀਆਂ ਦੀ, ਠੀਕ ਹੈ ਜੀ, 2 ਕੀੜੀਆਂ ਦੀ ਕਹਾਣੀ ਸੁਣਾਈ। तो आप आंसर लिखांगे, उत्तर लिखांगे, नानी जी ने नवीन ਨੂੰ 2 ਕੀੜੀਆਂ ਦੀ ਕਹਾਣੀ ਸੁਣਾਈ। ਅੱਗੇ ਦੇਖੋ कि ਸੱਸਾ ਪ੍ਰਸ਼ਨ ਹੈ, ਮਿੱਠੋ ਦੁਆਰਾ ਹਾਲ ਪੁੱਛਣ 'ਤੇ ਸਲੂਣੀ ਕੀੜੀ ਨੇ ਕੀ ਉੱਤਰ ਦਿੱਤਾ। ਜੋ ਮਿੱਠੋ ਨੇ ਜਦ ਹਾਲ ਪੁੱਛਿਆ ਸੀ ਕਿ ਭੈਣ ਜੋ ਸਲੂਣੋ ਤੇਰਾ ਕੀ ਹਾਲ ਹੈ, ਤਾਂ ਉਸਨੇ ਉੱਤਰ ਦਿੱਤਾ ਸੀ, ਭੈਣ ਮਿੱਠੋ ਹਾਲ कहदा ਸਾਰਾ ਦਿਨ ਖਾਰਾ ਸਲੂਣਾ। ਬਸ ਆਪਾਂ ਇੰਨਾ ਹੀ ਲਿਖਾਂਗੇ, ਠੀਕ ਹੈ ਜੀ। ਅੱਗੇ ਦੇਖੋ ਅਗਲਾ ਆਖਰੀ ਕੁਐਸਚਨ ਹੈ, ਪ੍ਰਸ਼ਨ ਹੈ, 2 ਕੀੜੀਆਂ ਪਾਠ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਸਿੱਖਿਆ ਕਿ ਸਾਨੂੰ ਹਮੇਸ਼ਾ ਔਗੁਣਾਂ ਨੂੰ ਜੋ ਬੁਰੀਆਂ ਆਦਤਾਂ ਨੇ ਔਗੁਣਾਂ ਨੂੰ ਕੱਢ ਕੇ ਚੰਗੀਆਂ ਆਦਤਾਂ ਚੰਗੇ ਗੁਣ ਜੋ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਗੇ ਹੈ ਪੰਜਾਬੀ 'ਚ ਲਿਖਿਆ ਹੋਇਆ, ਉਹਨੂੰ ਅਸੀਂ ਕੀ ਕਰਾਂਗੇ, ਹਿੰਦੀ ਵਿੱਚ ਲਿਖਾਂਗੇ। ਕੀ ਲਿਖਿਆ ਹੋਇਆ ਹੈ, ਪਹਿਲਾਂ ਪੰਜਾਬੀ ਵਿੱਚ ਕੀੜੀਆਂ, ਤਾਂ ਕੀੜੀਆਂ ਨੂੰ ਹਿੰਦੀ ਵਿੱਚ ਕੀ ਲਿਖਦੇ ਆਪਾਂ, ਚੀਂਟੀਆਂ, ਓਕੇ। ਕਹਾਣੀ ਤਾਂ ਹਿੰਦੀ ਵਿੱਚ ਵੀ ਅਸੀਂ ਕਹਾਣੀ ਹੀ ਲਿਖਾਂਗੇ। ਪਹਾੜ ਨੂੰ ਵੀ ਹਿੰਦੀ ਵਿੱਚ ਪਹਾੜ ਹੀ ਲਿਖਾਂਗੇ। ਮਿਸ਼ਰੀ ਨੂੰ ਵੀ ਹਿੰਦੀ ਵਿੱਚ ਮਿਸ਼ਰੀ ਹੀ ਲਿਖਾਂਗੇ। ਸੇਵਾ ਮੁਕਤ ਸੇਵਾ ਨਿਵਰਤ, ਠੀਕ ਹੈ। ਲੂਣ ਨੂੰ ਹਿੰਦੀ ਵਿੱਚ ਕੀ ਲਿਖਾਂਗੇ, ਨਮਕ। ਇਹ ਸੀ ਸਾਡੀ ਕਹਾਣੀ, ਬਹੁਤ ਹੀ ਵਧੀਆ ਕਹਾਣੀ ਸੀ। ਸਾਨੂੰ ਵੀ ਚਾਹੀਦਾ ਹੈ ਕਿ ਇਸ ਕਹਾਣੀ ਤੋਂ ਸਿੱਖਿਆ ਲੈ ਕੇ ਹਮੇਸ਼ਾ ਕੋਸ਼ਿਸ਼ ਕਰੀਏ ਕਿ ਚੰਗੇ ਗੁਣ ਅਪਣਾਏ ਜਾਣ। ਜੋ ਮਾੜੀਆਂ ਆਦਤਾਂ ਹੈ, ਬੁਰੇ ਗੁਣ ਹੈ, ਔਗੁਣ ਹੈ, ਉਹਨਾਂ ਨੂੰ ਕੱਢ ਕੇ ਸਾਨੂੰ ਚੰਗੇ ਗੁਣ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਧੰਨਵਾਦ।